ਜੀ ਜਦੋਂ ਪੰਜਾਬ ਸੀਗਾ ਜਿਹੜਾ 1849 ਥਾਈ ਇੱਕ ਆਜ਼ਾਦ ਮੁਲਕ ਸੀਗਾ। ਜੀ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਡੈਥ ਹੁੰਦੀ ਆ ਉਹ 1839 ਚ ਹੁੰਦੀ ਆ, 1839 ਦੇ ਵਿੱਚ। ਤੇ 10 ਸਾਲਾਂ ਦੇ ਵਿੱਚ ਜਿਹੜੀ ਈਸਟ ਇੰਡੀਆ ਕੰਪਨੀ ਆ ਜਾਂ ਉਹ ਪੰਜਾਬ ਨੂੰ ਫਤਿਹ ਕਰ ਲੈਂਦੀ ਆ। ਉਹ ਬੜੀਆਂ ਸਾਜ਼ਿਸ਼ਾਂ ਹੋਈਆਂ, ਬੜਾ ਕੁਝ ਹੋਇਆ, ਆਪਾਂ ਉਹਦੀ ਹਿਸਟਰੀ 'ਚ ਨਹੀਂ ਜਾਣਾ। ਸੋ ਪਹਿਲਾਂ ਉਹਨਾਂ ਨੇ ਪੰਜਾਬ ਨਾਲ ਬਹੁਤ ਸਖਤੀ ਕੀਤੀ। ਜਿਹੜੀਆਂ ਤਾਂ ਫੁਲਕੀਆਂ ਰਿਆਸਤਾਂ ਸੀਗੀਆਂ ਉਹ ਤਾਂ ਬ੍ਰਿਟਿਸ਼ ਦੇ ਨਾਲ ਰਲੀਆਂ ਹੋਈਆਂ ਸੀ ਪਹਿਲਾਂ ਹੀ ਹਾਂਜੀ, ਪਹਿਲਾਂ ਹੀ ਰਲੀਆਂ ਹੋਈਆਂ ਸੀ। ਆਪਾਂ 1857 ਦੇ ਜਿਹੜਾ ਗਦਰ ਆ ਉਹ ਸੈਪਰੇਟ ਟੌਪਿਕ ਆ, ਪਰ ਪੰਜਾਬ ਦੇ ਵਿੱਚ ਉਹਨਾਂ ਨੇ ਪੰਜਾਬੀਆਂ ਨੂੰ, ਭਾਵੇਂ ਉਹ ਸਿੱਖ ਸੀ ਜਾਂ ਮੁਸਲਮਾਨ ਸੀ ਜਾਂ ਹਿੰਦੂ ਸੀ ਜਾਂ ਜੋ ਵੀ ਸੀਗੇ, ਉਹਨਾਂ ਨੂੰ ਉਹਨਾਂ ਨੇ ਬੜਾ ਦਵਾਇਆ, ਖਾਸ ਕਰਕੇ ਸਿੱਖਾਂ ਨੂੰ, ਕਿਉਂਕਿ ਸਿੱਖਾਂ ਦੇ ਵਿੱਚ ਲੜਨ ਦੀ ਸਮਰੱਥਾ ਸੀ। ਉਹਨਾਂ ਨੇ ਪੰਜਾਬ ਨੂੰ ਆ ਕੇ ਡਿਸਆਰਮ ਕੀਤਾ। ਸਾਡਾ ਇੱਕ ਕਾਇਦਾ ਹੁੰਦਾ ਸੀ ਜਿਹਨੂੰ ਕਾਇਦਾ-ਏ-ਨੂਰ ਕਿਹਾ ਜਾਂਦਾ ਸੀ। ਉਹ ਕਾਇਦਾ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਬਣਾਇਆ ਗਿਆ ਸੀ, ਜਿਹੜਾ ਕਿ ਅੱਧਾ ਇੱਕ ਪਾਸੇ ਗੁਰਮੁਖੀ ਹੁੰਦੀ ਸੀ, ਇੱਕ ਪਾਸੇ ਸ਼ਾਹਮੁਖੀ, ਜੋ ਕਿ ਪਰਸ਼ੀਅਨ ਦੀ ਸਕ੍ਰਿਪਟ ਹੈਗੀ ਆ। ਉਹਦੇ ਵਿੱਚ ਬੇਸਿਕ ਅਰਥਮੈਟਿਕ ਤੇ ਲਿਖਣ ਦੀ ਜਿਹੜੀ ਟੀਚਿੰਗ ਸੀ ਵੀ ਹਰ ਬੰਦਾ ਪੰਜਾਬ ਦੇ ਵਿੱਚ ਲਿਖਣ ਦੀ ਜਾਂ ਉਹਨੂੰ ਚਿੱਠੀ ਲਿਖਣ ਦੀ ਜਾਂ ਬੇਸਿਕ ਲਿਟਰੇਸੀ ਹੋਵੇ। ਕਿਹਾ ਇਹ ਜਾਂਦਾ ਵੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਪੰਜਾਬ ਦੇ ਵਿੱਚ ਲਿਟਰੇਸੀ ਰੇਟ 80% ਤੋਂ ਉੱਤੇ ਸੀ ਜੀ। ਜਦੋਂ ਅੰਗਰੇਜ਼ ਦਾ ਰਾਜ ਹੋਇਆ, ਪੰਜਾਬ ਦੇ ਪਿੰਡਾਂ 'ਚ ਲਿਟਰੇਸੀ ਪਰਸੈਂਟ ਘੱਟ ਕੇ 16% ਹੋ ਗਈ। ਅੰਗਰੇਜ਼ਾਂ ਨੇ ਉਹ ਸਾਰੇ ਕਾਇਦੇ ਫੂਕਤੇ, ਪੰਜਾਬ ਨੂੰ ਉਹਨਾਂ ਨੇ ਡਿਸਆਰਮ ਕੀਤਾ ਵੀ ਇਹ ਬਗਾਵਤ ਨਾ ਕਰਨ। ਪਰ ਅੰਗਰੇਜ਼ ਬੜਾ ਸਿਆਣਾ ਸੀ। ਜਦੋਂ 1857 ਦਾ ਜੋ ਮਿਟਨੀ ਹੋਈ, ਉਦੋਂ ਸਿੱਖਾਂ ਦੇ ਵਿੱਚ ਇੰਨਾ ਜ਼ਿਆਦਾ ਜੋਸ਼ ਨਹੀਂ ਸੀ, ਕਿਉਂਕਿ ਸਿਰਫ 8 ਸਾਲ ਪਹਿਲਾਂ ਜਿਹੜੀਆਂ ਫੌਜਾਂ ਨੇ ਪੰਜਾਬ ਤੇ ਅਟੈਕ ਕੀਤਾ ਸੀ ਉਹ ਜ਼ਿਆਦਾ ਪੂਰਬੀਆਂ ਦੀਆਂ ਸੀਗੀਆਂ। ਹਾਂਜੀ। ਦੂਜਾ, ਕਿਉਂਕਿ ਦਿੱਲੀ ਦੇ ਵਿੱਚ ਮੁਗਲਾਂ ਦਾ ਰਾਜ ਤੇ ਬ੍ਰਿਟਿਸ਼ ਰਾਜ ਦੇ ਵਿੱਚ ਸਾਡੇ ਲੋਕਾਂ ਨੂੰ ਲੱਗਿਆ ਵੀ ਸ਼ਾਇਦ ਬ੍ਰਿਟਿਸ਼ ਮੁਗਲਾਂ ਨਾਲੋਂ ਜ਼ਿਆਦਾ ਸਾਨੂੰ ਇਨਸਾਫ ਦੇਣਗੇ। ਸੋ ਸਾਡੇ ਲੋਕਾਂ ਨੇ ਜ਼ਿਆਦਾ ਕੋਈ ਝੁਕਾਅ ਨਹੀਂ ਕੀਤਾ 1857 ਦੀ ਮੀਟਿੰਗ ਦੇ ਵਿੱਚ। ਸੋ ਉਸ ਤੋਂ ਬਾਅਦ ਬ੍ਰਿਟਿਸ਼ ਨੇ ਇਹ ਸੋਚਿਆ ਵੀ ਇਹ ਬੰਦਿਆਂ ਦੇ ਨਾਲ ਅਸੀਂ ਸਾਂਝ ਕਰ ਲਈਏ, ਇਹਨਾਂ ਨੂੰ ਅਸੀਂ ਆਪਣੀ ਫੌਜ ਤੇ ਪੁਲਿਸ ਵਿੱਚ ਭਰਤੀ ਕਰਕੇ ਪੰਜਾਬ ਤੋਂ ਪਰੇ ਲੈ ਜਾਈਏ। ਸੋ 1860 ਦੇ ਲਾਗੇ, 1870 ਦੇ ਲਾਗੇ ਪੰਜਾਬ ਦੇ ਵਿੱਚ ਵੱਡੇ ਲੈਵਲ ਤੇ ਉਹਨਾਂ ਨੇ ਪੰਜਾਬੀਆਂ ਨੂੰ, ਖਾਸ ਕਰਕੇ ਸਿੱਖਾਂ ਨੂੰ, ਪੰਜਾਬੀ ਮੁਸਲਮਾਨ ਵੀ ਕਾਫੀ ਸੀਗੇ, ਉਹਨਾਂ ਨੇ ਰਿਕਰੂਟ ਕੀਤਾ ਆਰਮੀ ਦੇ ਵਿੱਚ, ਪੁਲਿਸ ਦੇ ਵਿੱਚ, ਤੇ ਉਹਨਾਂ ਨੂੰ ਸਿੰਗਾਪੁਰ, ਮਲੇਸ਼ੀਆ, ਹਾਂਗਕਾਂਗ, ਇੰਡੋ ਚਾਈਨਾ ਲੈ ਗਏ। ਓਕੇ। ਉਹਨਾਂ ਦੇ ਦੋ ਪਰਪਸ ਹੁੰਦੇ ਸੀ। ਇੱਕ ਤਾਂ ਉਹ ਪੰਜਾਬ ਦੇ ਵਿੱਚ ਬਗਾਵਤ ਹੋਣ ਦੇ ਚਾਂਸ ਬਹੁਤ ਘਟ ਗਏ, ਕਿਉਂਕਿ ਜਿਹੜੇ ਬਗਾਵਤ ਕਰਨ ਵਾਲਾ ਜ਼ਿਆਦਾ ਯੰਗ ਤਬਕਾ ਹੁੰਦਾ, ਨੌਜਵਾਨ ਹੀ ਹੁੰਦੇ ਨੇ, ਜਿਹੜੇ ਕੁਰਬਾਨੀਆਂ ਸ਼ਹੀਦੀਆਂ ਜ਼ਿਆਦਾ ਦਿੰਦੇ ਨੇ। ਸੋ ਉਹਨਾਂ ਨੂੰ ਰੋਜ਼ੀ ਰੋਟੀ ਦੇਤੀ। ਇੱਕ ਉਹਨਾਂ ਨੇ ਯੂਜ਼ ਕੀਤਾ ਦੂਜੀਆਂ ਕੌਮਾਂ ਨਾਲ ਡੀਲ ਕਰਨ ਲਈ। ਸੋ ਉਸ ਤੋਂ ਬਾਅਦ ਕੀ ਹੋਇਆ, ਕਿਉਂਕਿ ਸਾਡੇ ਲੋਕਾਂ ਨੂੰ ਐਕਸਪੋਜ਼ਰ ਹੋ ਗਿਆ ਬਾਹਰ ਲੋਕਾਂ ਦਾ, ਤੇ ਕੁਛ ਜਿਹੜੇ ਜ਼ਿਆਦਾ ਐਡਵੈਂਚਰਸ ਸੀ ਉਹ ਕਹਿੰਦੇ ਵੀ ਕਿਉਂ ਨਾ ਆਪਾਂ ਥੋੜਾ ਹੋਰ ਅੱਗੇ ਚਲੇ ਜਾਈਏ। ਉਹ ਫਿਰ ਆ ਗਏ, ਆਪਣਾ ਪਹੁੰਚਦੇ ਪੈਸੀਫਿਕ ਕੋਸਟ ਤੇ ਪਹੁੰਚ ਗਏ।